एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਗੁਰਦੀਪ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਗੁਰਦੀਪ ਕੌਰ ਹੁਣਾਂ ਦਾ ਜਨਮ ਪਾਕਿਸਤਾਨ ਵਿਖੇ ਸਰਦਾਰ ਮਹਿੰਦਰ ਸਿੰਘ ਹੁਣਾਂ ਦੇ ਘਰ ਮਾਤਾ ਹਰਬੰਸ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਵਹਿਮਾਂ ਭਰਮਾਂ ਤੋਂ ਦੂਰ ਸਿੱਖ ਖਿਆਲਾਂ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਟੁੱਟ ਵਿਸ਼ਵਾਸ ਰੱਖਣ ਵਾਲੇ ਸਨ। ਆਪ ਜੀ ਦਾ ਵਿਆਹ ਸਰਦਾਰ ਰਜਿੰਦਰ ਸਿੰਘ ਹੁਣਾਂ ਨਾਲ ਇੱਕ ਗੁਰਸਿੱਖ ਪਰਿਵਾਰ ਵਿੱਚ ਹੋਇਆ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਦੇ ਘਰ 3 ਪੁੱਤਰਾਂ ਜਸਵਿੰਦਰ ਸਿੰਘ, ਪ੍ਰਭਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਇੱਕ ਬੇਟੀ ਜਸਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਸਰਦਾਰਨੀ ਗੁਰਦੀਪ ਕੌਰ ਜੀ ਬਹੁਤ ਹੀ ਦਲੇਰ ਕਿਸਮ ਦੇ ਔਰਤ ਸਨ। ਸਨ 1984 ਵਿੱਚ ਸਿੱਖ ਕਤਲੇਆਮ ਦੌਰਾਨ ਆਪ ਜੀ ਦਾ ਪਰਿਵਾਰ ਡਾਲਟਨਗੰਜ ਝਾਰਖੰਡ ਵਿਖੇ ਰਹਿੰਦਾ ਸੀ। ਜਦ ਗੁਰਦੁਆਰਾ ਸਾਹਿਬ ਤੇ ਸਿੱਖਾਂ ਤੇ ਹਮਲਾ ਹੋਇਆ ਤਾਂ ਆਪ ਜੀ ਨੇ ਆਪਣੇ ਪਤੀ ਤੇ ਬੱਚਿਆਂ ਨੂੰ ਪ੍ਰੇਰਿਆ ਤੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਮੁਕਾਬਲਾ ਕੀਤਾ ਅਤੇ ਸਾਰਿਆਂ ਨੂੰ ਬਚਾਇਆ। ਉੱਥੇ ਕਿਸੇ ਵੀ ਸਿੱਖ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਫਿਰ ਆਪ ਜੀ ਦਾ ਪਰਿਵਾਰ ਪੰਜਾਬ ਵਿਖੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਆ ਕੇ ਵਸਿਆ ਤੇ ਕਈ ਤਕਲੀਫਾਂ ਸਹਿ ਕੇ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਜੀ ਦਾ ਪਰਿਵਾਰ ਮੁੜ ਕਾਮਯਾਬ ਹੋਇਆ। ਮਾਤਾ ਜੀ ਆਪਣੇ ਪੋਤਰੇ ਪੋਤਰੀਆਂ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ। ਆਪ ਜੀ ਨੇ ਆਪਣੇ ਪੋਤਰੇ ਤੇ ਪੋਤਰੀਆਂ ਨੂੰ ਚੰਗੇ ਸੰਸਕਾਰ ਦਿੱਤੇ। ਆਪ ਜੀ ਦੀ ਪੋਤੀ ਮਿਤਰਾਜ ਕੌਰ ਅਤੇ ਉਹਨਾਂ ਦੇ ਪਤੀ ਸਰਦਾਰ ਪਰਮਿੰਦਰ ਸਿੰਘ ਜੀ ਕੈਨੇਡਾ ਵਿਖੇ US ਕੰਪਨੀ ਵਿੱਚ ਉੱਚ ਅਹੁਦੇ ਤੇ ਬਿਰਾਜਮਾਨ ਹਨ। ਆਪ ਜੀ ਦੀ ਦੂਸਰੀ ਪੋਤੀ ਮੰਨਤ ਰਾਜ ਕੌਰ ਅਤੇ ਉਸਦੇ ਪਤੀ ਅਮਨਜੋਤ ਸਿੰਘ ਦੋਨੋਂ ਹੀ ਅੰਮ੍ਰਿਤਧਾਰੀ ਹਨ ਅਤੇ CA ਹਨ ਅਤੇ ਆਪ ਜੀ ਦੀ ਤੀਸਰੀ ਪੋਤੀ ਰਵਨੀਤ ਕੌਰ ਕੈਨਰਾ ਬੈਂਕ ਵਿੱਚ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਹੀ ਹੈ ਅਤੇ ਆਪ ਜੀ ਦੀ ਪੋਤਰੀ ਇਸ਼ਦੀਪ ਕੌਰ ਇੰਗਲੈਂਡ ਜਾ ਰਹੀ ਹੈ। ਆਪ ਜੀ ਦੀ ਪੋਤਰੀ ਹੁਨਰ ਕੌਰ ਅਤੇ ਦੋਤਰੀ ਪ੍ਰਿਆਪ੍ਰੀਤ ਕੌਰ ਦੋਨੋਂ ਹੀ ਪੜ੍ਹਾਈ ਕਰ ਰਹੀਆਂ ਹਨ ਅਤੇ ਆਪ ਜੀ ਦੇ ਪੋਤਰੇ ਸਿਮਰਜੀਤ ਸਿੰਘ ਵੀ BCom ਕਰ ਰਹੇ ਹਨ। ਸਰਦਾਰਨੀ ਗੁਰਦੀਪ ਕੌਰ ਹੁਣਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਪ ਜੀ ਦੇ ਬੇਟੇ ਸਰਦਾਰ ਪ੍ਰਭਜੀਤ ਸਿੰਘ ਜੀ ਆਪ ਜੀ ਨੂੰ ਵਿਛੋੜਾ ਦੇ ਗਏ, ਪਰ ਮਾਤਾ ਜੀ ਨੇ ਹਿੰਮਤ ਨਾ ਹਾਰੀ ਅਤੇ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਇਹ ਸਭ ਕੁਝ ਸਵੀਕਾਰ ਕੀਤਾ। ਮਾਤਾ ਜੀ ਆਪਣੀਆਂ ਨੌਵਾਂ ਸਰਦਾਰਨੀ ਦਵਿੰਦਰ ਕੌਰ, ਮਨਜੀਤ ਕੌਰ ਅਤੇ ਰਮਨਦੀਪ ਕੌਰ ਨੂੰ ਵੀ ਆਪਣੀਆਂ ਬੇਟੀਆਂ ਦੇ ਸਮਾਨ ਹੀ ਸਮਝਦੇ ਸਨ। ਸਰਦਾਰਨੀ ਗੁਰਦੀਪ ਕੌਰ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਚਾਹੇ ਸਰਦਾਰਨੀ ਗੁਰਦੀਪ ਕੌਰ ਜੀ ਮੌਜੂਦਾ ਸਮੇਂ ਵਿੱਚ ਇਸ ਦੁਨੀਆ ਤੇ ਨਹੀਂ ਹਨ, ਪਰ ਆਪ ਜੀ ਅਜਿਹੀਆਂ ਯਾਦਾਂ ਛੱਡ ਗਏ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ।
मैं
नानक ते मुख दे
खेती छुट्टी ना सतगुरु श्री गुरु हरगोबिंद पातशाह जीओ आप जी के दर घर के सेवक स्वर्गवासी बीबी गुरदीप कौर जी दीपक मिलवाड़े पातशाह जी ने आप जी नाम स्वासां की पूंजी बख्शिश की थी तो उसनों खर्च करते हुए कुछ दिन पहला आप जी के दरना कमना पास जाप करते सन पातशाह जी उन्होंने आत्मक शांति ਲਈ समूह परिवार को अपने गृह विच झूठी बाणी आई दिन करती चिंत मिटाई जिसे श्री हांटड़ से प्रारंभ करवा के भोग पुआए उपरंत मेरी पीरी के मार्ग धन धन साहिब श्री गुरु हरगोबिंद पातशाह जी ने पावन पवित्र चरण छुह स्थान से सतगुरु जी आपने के हजूर अंते सतगुरु बोलिया मैं विख्या कीर्तन करियो निर्वाण योगे महाराज संसार गुरबाणी दे हजत कीर्तन होए के पूर्ण नंतर गिरे जात होए हम समुची सेवा निभाते आपनी दे दासया पासों हुईयां भुल्लां बख्श लैणियां जी पढ़ी सुनी गुरबाणी सेवा सिमरन का भाव विखरी आत्मा बख्शना समूह संगतां वल्लों आप जी के चरना कमना पास अरदास बेनती है स्वर्गवासी बीबी गुरदीप कौर जी की आत्मा सदीवी काल वास्ते अपने चरना कमना विश्वास बख्शना जिसके परिवार बच्चियां रिश्तेदारों सबना खाना मिलने का बल बख्शना जीवन यात्रा विचरते जीव पार तो विच नहीं अनेक प्रकार ਦੀਆਂ ਭੁੱਲਾਂ ਗਲਤੀਆਂ हो ਜਾਂਦੀਆਂ ਹਨ सतगुर जी कृपा करके बख्श लेना बख्श लेना बख्श लेना विछड़ी हुई आत्मा के निमित्त परिवार वालों पातशाह जी गुरुद्वारा साहब पातशाह छेवी मंडी बिंदगढ़ ने 15,000 रुपये माया भेंट की है पिंगलवाड़ा अमृतसर साहब ने 10,000 रुपये माया भेंट की है अपने फाउंडेशन मोहाली ने 10,000 रुपये माया भेंट की है रामनगर मंडी बिंदगढ़ ने 5,000 रुपये गौशाला मंडी गोविंदगढ़ ने 5,000 रुपये माया भेंट की है गुरमुख परिवार की सेवा प्रवान करनी परिवार के सीते अपना मेरा भरिया हथ रखना जी दर आईया समूह संगतां दीआं हाजरियां दिल पुर भेटावां दर प्रवान करनियां गुरमुख परिवार वल्लों आप जी के बख्शे खजानियां विचों पवित्र कड़ाह प्रसादी देव करके हाजर है जी दर ते प्रवान होवे परवानिया प्रसाद संगत विच वरते जो भी व्यक्ति आप जी का बख्शिया पवित्र नाम सतनाम श्री वाहिगुरु वाहिगुरु सच्चे पातशाह जी कृपा करो जी पवित्र मुखार में जो हुक्मनामे की बख्शिश करके आई संगत नो निहाल करो जी कई प्यारे में जिन्ना मिलिया तेरा नाम किते आवे नानक नाम चढ़ती कला तेरे भाणी सरबत दा वाहिगुरु जी का खालसा वाहिगुरु जी की फतेह। इस प्रपंच में साचे नाम की वड्याई मत को धर्मो को माना पूरा काट बनाया पूरा वेखो एक समाना इस प्रपंच में साचे नाम की वड्याई मत को धर्मो को माना सतगुर की जिसनो मत आवे तो सतगुर माही समाना ਇਹ ਬਾਣੀ ਦੋਨੀਓ ਜਾਣੈ ਜਿਸ ਅੰਤਰ ਰਵੇ ਹਰਿ ਨਾਮਾ ਨਹੁ ਜੁਗਾ ਕਾ ਹੁਣ ਨਵੇੜਾ ਨਾਮ ਮੁਖਾਰੋ ਏਕ ਨਿਧਾਨਾ ਜਪ ਸੰਜਮ ਤੀਰਨ ਉਹਨਾਂ ਜੁਗਾ ਦਾ ਧਰਮ ਹੈ
पूरी परवाना कहत नानक सत्य जो नीत लाई चुकै मन अभिमाना कहत सुनत सभे सुख पावै मानक बाहे निधाना कहत नानक सच्चे सुअमृत लाई चुकै मन अभिमाना कहत सुनत सभे सुख पावै मानक बाहे निधाना। वाहिगुरू जी का खालसा वाहिगुरू जी की फतेह। सच्चे पातशाह जी ने अपनी बाणी के अंदर प्रमाण किया है, सर्फ है सदा सदा एवं गई बिहाए नानक किसनू आखी है बिन पुछिया ही लै लै। गुरु साहब जी ने यह भी फरमान दिता है, मरण लिखाए मंडल में असी सारे ही संसार के उत्ते बाद में आउने हाँ। पहला वाहिगुरू की पास रब की पास दुनिया को जान का जोड़ा दिन है वो भी लिखा आने। गुरु पातशाह ने बाणी के अंदर ये भी आख्या है, हम आदमी हाँ एक दमी मोहलत मोहत ना जाना। दम तो ही आदमी बने, सानू दम आ रहा है, सानू साह आ रहा है तो असी आदमी हाँ, जे किते साह ना आया असी मिट्टी बन जाते हैं। गुरु साहब ने बाणी के अंदर जिथे सानू बार बार ये गल आती है कि असी एक ना एक दिन दुनिया तो जाना है। कोई भी दुनिया के उत्ते सजीवी नहीं रह सकता। राम गयो रावण गयो जागो बहु परवार कहो नानक फिर कछ नहीं सुपने जियो संसार। उथे जन्म अते मौत ये दो जीवन के वक्खो वखरे पहलू ने, इको ही सिक्के के दो अड अड पासे ने। जन्म ते मौत के विचकार के समय नूं जिंदगी आखदे ते गुरमत ने सानू ये सिखाया है कि जिंदगी नूं जीना किदां है। जे असी गुरु आशे के मुताबिक जिंदगी जीवनी सीख गए तो अपने गुरु के घरे अपने मालिक के घरे असी प्रवान हो जाते हैं। असी उस मालिक के दर घर दे विच जिन्नी नाम ध्याया गए मशक्कत काल नानक ते मुख उजले केते छुट्टी नाल जिन्हां ने इत्थे संसार के विच रहिंदियां गुरु नानक पातशाह जी के सिखा ने कित करो नाम जपो वंड छको के सिद्धांत नूं मान लिया, वो मालिक के दर घर के विच प्रवान हो गया। मैं कोई कहानी पढ़ रहा सी माँ के बारे। एक लेखक लिखता है कि पहला पैर दुनिया के अंदर गरीबां नूं रब ने हसन का मौका नहीं सी दिता। कहानी है, एक दिन बड़े सारे गरीब रब के कोल गए तो उन्होंने जाके रब नूं आख्या कि रब्बा सानू भी हसन का हक मिलना चाहिए। रब ने आख्या कि अज तो बाद तुहानू भी मैं हसन का हक दिता। वो जिहड़ा कहानी लिखण वाला लिखता है कि एक बार छोटे हुंदियां बचपन दे विच मैं स्कूल जाना सी पाठशाला दे विच ते मेरी जिहड़ी शर्ट है मेरी जिहड़ी कमीज है बड़ी गंदी सी, बड़ी गरीबी सी। ते मैं अपनी माँ नूं आख्या, मैं बेनती कर रहा माँ, माँ की हुंदी है, माँ नूं आख्या कि माँ अज मैं स्कूल नहीं जावांगा क्योंकि अज मेरी कमीज बड़ी गंदी है। माँ ने आख्या पुत कि 6 आनियां का साबण आउंदा है ते साडे कोल इन्ने पैसे नहीं कि असीं 6 आनियां का साबण लै आईए इदां ही स्कूले चले जा। कहण लगा माँ नहीं, मैं गंदी कमीज पा के स्कूल नहीं जावांगा। माँ ने आख्या भी चलो कुछ करते हैं। वो घर दे विच
ਇੱਧਰ ਉੱਧਰ ਫਰੋਲਾ ਫਰਾਲੀ ਕਰਨ ਲੱਗੇ ਤੇ ਫਰੋਲਾ ਫਰਾਲੀ ਕਰਦਿਆਂ 4 ਆਨੇ ਨਿਕਲ ਆਏ। ਕਹਾਣੀਕਾਰ ਲਿਖਦਾ 4 ਆਨੇ, 1.5 ਆਨਾ ਜੇ ਵੀ ਘੱਟ ਹੈ। ਇੰਨੇ ਚਿਰ ਨੂੰ ਇੱਕ ਮੰਗਤੇ ਨੇ ਆਵਾਜ਼ ਦਿੱਤੀ ਵੀ ਖੈਰ ਪਾਓ। ਅੱਜ ਮਾਂ ਨੇ ਉਸ ਮੰਗਤੇ ਨੂੰ ਆਖਿਆ ਕਿ ਬਾਬਾ ਤੂੰ ਰੋਜ਼ ਹੀ ਸਾਡੇ ਘਰੇ ਆਉਣਾ, ਕੁਛ ਨਾ ਕੁਛ ਤੈਨੂੰ ਦਿੰਦੇ ਆ, ਅੱਜ ਸਾਨੂੰ ਲੋੜ ਹੈ, ਤੂੰ 1.5 ਆਨਾ ਦੇ ਦੇ। ਮੰਗਤੇ ਨੇ ਆਪਣੀ ਜਿਹੜੀ ਖੈਰ ਮੰਗਣ ਵਾਲੀ ਝੋਲੀ ਸੀ ਉਹਦੇ ਵਿੱਚ ਹੱਥ ਪਾਇਆ ਤੇ ਕਟੋਰੇ ਦੇ ਵਿੱਚੋਂ 1.5 ਆਨਾ ਕੱਢ ਕੇ ਦਿੱਤਾ। 6 ਆਨੇ ਹੋ ਗਏ। ਮਾਂ ਬਹੁਤੀ ਖੁਸ਼ ਹੈ, ਮਾਂ ਹੱਸ ਰਹੀ ਹੈ, ਇੰਨੀ ਜ਼ਿਆਦਾ ਖੁਸ਼ ਹੈ, ਕਹਿਣ ਲੱਗੀ ਪੁੱਤ ਵੇਖ, ਅੱਜ ਆਪਾਂ ਮੰਗਤਿਆਂ ਦੇ ਕੋਲੋਂ ਵੀ ਲੈ ਲਿਆ, ਆ ਵੇਖ ਪੁੱਤ ਹੁਣ ਸਾਬਣ ਆ ਜਾਣਾ 6 ਆਨਿਆਂ ਦਾ ਤੇ ਤੇਰੀ ਕਮੀਜ਼ ਧੋਤੀ ਜਾਣੀ ਆ। ਮਾਂ ਬੜੀ ਖੁਸ਼ ਹੈ ਕਿ ਜਿਹੜਾ ਲੇਖਕ ਲਿਖਦਾ ਹੈ, ਮਾਂ ਇੰਨੀ ਜ਼ਿਆਦਾ ਖੁਸ਼, ਮੇਰੇ ਗਲੇ ਲੱਗੀ ਹੋਈ ਆ ਤੇ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਮੋਢੇ ਦੇ ਉੱਤੇ ਕੋਈ ਗਰਮ ਗਰਮ ਤਰਲ ਪਦਾਰਥ ਡਿੱਗਿਆ। ਮਾਂ ਨੂੰ ਖਾਂਸੀ ਖੰਘ ਛਿੜ ਗਈ, ਫੇਫੜਿਆਂ ਦੀ ਉਹਨੂੰ ਮੁਸ਼ਕਲ ਸੀ। ਜਦੋਂ ਇੱਕਦਮ ਮੋਢੇ ਗਰਮ ਹੋਏ ਤੇ ਮੈਂ ਪਿੱਛੇ ਹੋਇਆ ਤੇ ਮਾਂ ਧਰਤੀ ਤੇ ਡਿੱਗ ਪਈ। ਹੱਸਦਿਆਂ ਹੱਸਦਿਆਂ ਮਾਂ ਦੇ ਪ੍ਰਾਣ ਨਿਕਲ ਗਏ। ਕਹਾਣੀਕਾਰ ਲਿਖਦਾ ਹੈ ਕਿ ਮੈਂ ਦੁਨੀਆ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ ਹੱਸਣ ਦਾ ਹੱਕ ਕਾਹਤੋਂ ਲਿਆ ਤੇ ਹੱਸਣ ਦਾ ਹੱਕ ਲੈ ਕੇ ਅਸੀਂ ਕੀ ਖੱਟਿਆ। ਮਤਲਬ ਹੋ ਸਕਦਾ ਹੈ ਕਿ ਜੇ ਹਾਸੇ ਦਾ ਹੱਕ ਨਾ ਹੁੰਦਾ ਤੇ ਮਾਂ ਨਾ ਜਾਂਦੀ। ਕਹਾਣੀਕਾਰ ਦੇ ਕਹਿਣ ਦਾ ਮਤਲਬ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡਾ ਹਾਸਾ ਮਾਂ ਦੀ ਖੁਸ਼ੀ ਆ, ਮਾਂ ਦਾ ਕੋਲ ਹੋਣਾ। ਹਜ਼ਰਤ ਮੁਹੰਮਦ ਸਾਹਿਬ ਆਪਣੇ ਪੈਰੋਕਾਰਾਂ ਨੂੰ ਉਪਦੇਸ਼ ਦਿਆ ਕਰਦੇ ਸਨ ਕਿ ਔਰਤਾਂ ਨੂੰ ਕਦੀ ਨਿੰਦੋ ਨਾ, ਬੀਬੀਆਂ ਨੂੰ ਕਦੀ ਮਾੜਾ ਨਾ ਕਹੋ, ਕਿਉਂਕਿ ਤੁਹਾਡੇ ਬੱਚਿਆਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਮਾਵਾਂ ਦੇ ਪੈਰਾਂ ਹੇਠ। ਜੇ ਮਾਂ ਖੁਸ਼ ਹੈ ਤੇ ਤੁਹਾਡੀ ਦੁਨੀਆ ਖੁਸ਼ ਹੈ, ਤੁਹਾਡਾ ਸੰਸਾਰ ਖੁਸ਼ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਮਹਾਭਾਰਤ ਦੇ ਯੁੱਧ ਦੇ ਵਿੱਚ ਅਰਜਨ ਨੇ ਹਥਿਆਰ ਸੁੱਟ ਦਿੱਤੇ ਸੀ। ਉੱਥੇ ਆਪ ਸ਼੍ਰੀ ਕ੍ਰਿਸ਼ਨ ਜੀ ਨੇ ਉਹਨੂੰ ਉਪਦੇਸ਼ ਦਿੱਤਾ ਕਿ ਹਥਿਆਰ ਚੁੱਕ ਦੇ। ਇੱਕ ਯੁੱਧ ਸਰਹੰਦ ਦੀ ਧਰਤੀ ਤੇ ਹੋਇਆ। ਇੱਥੇ ਜਿਹੜੇ ਲੜਨ ਵਾਲੇ ਸਨ ਬੜੇ ਮਾਸੂਮ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ। ਪਰ ਇਸ ਧਰਮ ਯੁੱਧ ਦੇ ਵਿੱਚ ਬੱਚਿਆਂ ਨੂੰ ਸਮਝਾਉਣ ਵਾਲੇ ਉਹਨਾਂ ਦੇ ਦਾਦੀ ਮਾਂ ਸੀ। ਉਸ ਦਾਦੀ ਮਾਂ ਨੇ ਉਹਨਾਂ ਨੂੰ ਐਸੀ ਸਿੱਖਿਆ ਦਿੱਤੀ ਕਿ ਉਹ ਸੂਬਾ ਸਰਹੰਦ ਦੇ ਸਾਹਮਣੇ ਖੜ ਕੇ ਵੀ ਕਹਿੰਦੇ ਨੇ, ਹਮਰੇ ਬੰਸ ਰੀਤ ਇਮ ਆਈ, ਸੀਸ ਜਾਈ ਪਰ ਸਿਰ ਨਾ ਜਾ। ਇਸ ਕਰਕੇ ਮਾਂ ਦਾ, ਦਾਦੀ ਮਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮਾਂ ਤੋਂ ਬਿਨਾਂ ਸੰਸਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਂ ਤੋਂ ਵੱਡੀ ਖੁਸ਼ੀ ਕੋਈ ਨਹੀਂ। ਮਾਂ ਚਲੀ ਗਈ ਤੇ ਸਾਡੇ ਕੋਲ ਬਹੁਤਾ ਕੁਛ ਨਹੀਂ ਰਹਿ ਜਾਂਦਾ। ਮਾਂ ਦੀ ਘਾਟ, ਪਿਓ ਦੀ ਘਾਟ ਦੁਨੀਆ ਦੇ ਵਿੱਚ ਕੋਈ ਵੀ ਪੂਰੀ ਨਹੀਂ ਕਰ ਸਕਦਾ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਗੁਰਦੀਪ ਕੌਰ ਜੀ, ਉਹ ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਤੋਂ ਚਲੇ ਗਏ, ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਮਾਤਾ ਗੁਰਦੀਪ ਕੌਰ ਜੀ ਵੇਖੋ, ਦੁਨੀਆ ਦੇ ਵਿੱਚ ਕੁਝ ਸ਼ਖਸ ਐਸੇ ਹੁੰਦੇ ਨੇ ਜਿਨ੍ਹਾਂ ਦੀ ਤਾਰੀਫ ਦੇ ਵਾਸਤੇ ਸ਼ਬਦ ਨਹੀਂ ਹੁੰਦੇ, ਪਰ ਉਹਨਾਂ ਦੇ ਕਰਮ ਹੀ ਉਹਨਾਂ ਦੀ ਸ਼ੋਭਾ ਹੁੰਦੇ ਨੇ। ਮਾਤਾ ਗੁਰਦੀਪ ਕੌਰ ਦੇ ਕਰਮ ਹੀ ਉਹਨਾਂ ਦੀ ਸ਼ੋਭਾ ਸਨ। ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। 1947 ਦੇ ਸੰਤਾਪ ਨੂੰ ਹੰਢਾਉਂਦੇ ਆ। 1984 ਦੇ ਵਿੱਚ ਡੈਲਟਨ ਗੰਜ ਵਿਖੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ। ਜਦੋਂ ਭੀੜਾਂ ਨੇ ਆਣ ਕੇ ਪਰਿਵਾਰ ਨੂੰ ਘੇਰਿਆ ਤੇ ਸਰਦਾਰ ਜਸਵਿੰਦਰ ਸਿੰਘ ਉਹਨਾਂ ਦੇ ਪੁੱਤਰ, ਸਰਦਾਰ ਗੁਰਪ੍ਰੀਤ ਸਿੰਘ ਅਤੇ ਹੋਰ ਜਿਹੜੇ ਪਰਿਵਾਰ ਦੇ ਵਿੱਚ ਮੈਂਬਰ ਸੀ, ਉਹਨਾਂ ਨੂੰ ਬੀਬੀ ਨੇ ਆਖਿਆ, ਮਾਤਾ ਨੇ ਆਖਿਆ ਕਿ ਆਪਾਂ ਕਦੋਂ ਉੱਠਾਂਗੇ। ਜਦੋਂ ਆਪਣੇ ਘਰਾਂ ਦੇ ਵਿੱਚ ਦਾੜੀਆਂ ਨੂੰ ਆਣ ਕੇ ਪੈ ਗਏ, ਆਪ ਹਥਿਆਰ ਦਿੱਤੇ ਆਪਣੇ ਪੁੱਤਰਾਂ ਨੂੰ ਤੇ ਜਿਹੜੀ ਭੀੜ ਆਈ ਸੀ ਉਹਦੇ ਨਾਲ ਇਹ ਪਰਿਵਾਰ ਲੜਿਆ 1984 ਦੇ ਵਿੱਚ ਡੈਲਟਨ ਗੰਜ, ਉਦੋਂ ਬਿਹਾਰ ਦੇ ਵਿੱਚ। ਇਹ ਉਹ ਮਾਂ ਹੈ ਜਿਹਨੇ 1984 ਤੋਂ ਬਾਅਦ ਪਰਿਵਾਰ ਨੂੰ ਫੇਰ ਇੱਥੇ ਆਣ ਕੇ ਆਪਣੀ ਐਸੀ ਸੰਘਣੀ ਛਾਂ ਦਿੱਤੀ ਕਿ ਪਰਿਵਾਰ ਜਿਹੜਾ ਫੇਰ ਤਰੱਕੀ ਦੇ ਉੱਤੇ ਆਉਂਦਾ ਹੈ। ਸਿਰਫ ਦੁਨਿਆਵੀ ਤਰੱਕੀ ਹੀ ਨਹੀਂ, ਨਾਲ ਦੀ ਨਾਲ ਪਰਿਵਾਰ ਨੂੰ ਧਰਮ ਵਾਲੇ ਪਾਸੇ ਜੋੜਿਆ, ਗੁਰੂ ਵਾਲੇ ਪਾਸੇ ਜੋੜਿਆ। ਮਾਤਾ ਜੀ ਬੜੇ ਮਿੱਠ-ਬੋਲੜੇ ਸਨ, ਬੜੇ ਦਇਆਲੂ ਸਨ, ਸਾਰਿਆਂ ਦੇ ਨਾਲ ਪਿਆਰ ਕਰਨ ਵਾਲੇ ਸਨ। ਸਾਡੀ ਸੰਸਥਾ ਹੈ ਆਪਣੇ ਫਾਊਂਡੇਸ਼ਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਾਲੀ ਵਿਖੇ। ਛੋਟੇ ਛੋਟੇ ਬੱਚਿਆਂ ਨੂੰ ਜਾਣਦੇ ਸਨ, ਬੱਚਿਆਂ ਨੂੰ ਆਣ ਕੇ ਮਿਲਦੇ ਸਨ। ਭਾਵੇਂ ਉਹਨਾਂ ਦੇ ਪੁੱਤਰ ਬਹੁਤ ਥਾਵਾਂ ਦੇ ਉੱਤੇ
ਲੋੜਵੰਦਾਂ ਨੂੰ ਬਹੁਤ ਕੁਛ ਦਿੰਦੇ ਨੇ, ਜੋ ਗੁਰੂ ਨੇ ਦਿੱਤਾ ਹੈ ਉਹਦੇ ਦਿੱਤੇ ਦੇ ਵਿੱਚੋਂ ਦਸਵੰਧ ਦਿੰਦੇ ਨੇ। ਪਰ ਮਾਤਾ ਜੀ ਨੇ ਆਪਣੇ ਹੱਥੋਂ ਵੀ ਦੇਣਾ, ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਨਾ ਕਿ ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੈ। ਐਸੀਆਂ ਮਾਵਾਂ ਦੀ ਦੁਨੀਆ ਦੇ ਉੱਤੇ ਬੜੀ ਲੋੜ ਹੈ। ਐਸੀਆਂ ਮਾਵਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਧਰਮ ਦੇ ਨਾਲ, ਗੁਰੂ ਦੇ ਨਾਲ ਜੋੜਦੀਆਂ ਨੇ। ਤੇ ਸਮਾਜ ਦੇ ਅੰਦਰ ਅਸੀਂ ਕਿਵੇਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਤੇ ਚੱਲ ਕੇ ਆਪਣੇ ਜੀਵਨ ਨੂੰ ਸਤਿਆਰ ਬਣਾਉਣਾ ਹੈ, ਰੱਬ ਦੇ ਨਾਲ ਇੱਕ ਮਿਲ ਕਰਨਾ ਹੈ, ਉਹ ਸਿਖਾਉਂਦੀਆਂ ਨੇ। ਮਾਤਾ ਗੁਰਦੀਪ ਕੌਰ ਦੀ ਤਾਰੀਫ ਦੇ ਵਿੱਚ ਸ਼ਬਦ ਘੱਟ ਨੇ, ਉਹਨਾਂ ਦੇ ਕਰਮ ਹੀ ਉਹਨਾਂ ਦੀ ਸ਼ੋਭਾ ਨੇ। ਅੱਜ ਐਸੀ ਮਾਤਾ ਦੀ ਯਾਦ ਦੇ ਵਿੱਚ ਆਪਾਂ ਇੱਥੇ ਜੁੜ ਬੈਠੇ ਹਾਂ। ਇੱਥੇ ਜੋ ਸੱਜਣ ਹਾਜ਼ਰ ਨੇ ਬਹੁਤ ਇਸ ਸ਼ਹਿਰ ਦੀਆਂ, ਸਾਡੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਅਤੇ ਹੋਰ ਦੂਰ ਨੇੜੇ ਦੀਆਂ ਬੜੀਆਂ ਸ਼ਖਸੀਅਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ। ਕੁਛ ਪਰਿਵਾਰ ਨੂੰ ਧਰਵਾਸ ਦੇਣ ਦੇ ਵਾਸਤੇ ਸ਼ੋਕਮਤੇ ਆਏ ਨੇ। ਖੱਤਰੀ ਅਰੋੜਾ ਵੈਲਫੇਅਰ ਸੁਸਾਇਟੀ ਰਜਿਸਟਰਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਦਲ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਉੱਥੇ ਨਾਲ ਦੀ ਨਾਲ ਹੀ ਜਗਮੀਤ ਸਿੰਘ ਸਹੋਤਾ ਆਮ ਆਦਮੀ ਪਾਰਟੀ, ਉਹਨਾਂ ਵੱਲੋਂ ਵੀ ਸੱਜਣ ਇੱਥੇ ਪਹੁੰਚੇ ਨੇ। ਸਰਦਾਰ ਬਲਬੀਰ ਸਿੰਘ ਜੀ ਸਿੱਧੂ ਹੈਲਥ ਮਿਨਿਸਟਰ, ਜੋ ਕਿ ਸਾਡੇ ਸਿਹਤ ਵਿਭਾਗ ਦੇ ਨੇ, ਹੈਲਥ ਮਿਨਿਸਟਰ ਪੰਜਾਬ, ਉਹਨਾਂ ਨੇ ਪਰਿਵਾਰ ਦੇ ਨਾਲ ਆਪਣਾ ਦੁੱਖ ਪ੍ਰਗਟ ਕੀਤਾ, ਜੋ ਕਿ ਪਰਿਵਾਰ ਦੇ ਨਾਲ ਪਰਿਵਾਰਕ ਸੰਬੰਧ ਰੱਖਦੇ ਨੇ। MS ਆਲੂਵਾਲੀਆ MP ਅਤੇ ਸਾਬਕਾ ਕੇਂਦਰੀ ਮੰਤਰੀ, ਉਹਨਾਂ ਦੇ ਵੱਲੋਂ ਸ਼ੋਕ ਸੰਦੇਸ਼ ਆਇਆ ਹੈ। ਪੁਰੀ ਬਿਲਡਰ ਦਿੱਲੀ ਤੋਂ ਵਿਕਰਮਪੁਰੀ ਜੀ, ਮਹਾਲੀ ਪ੍ਰਾਪਰਟੀ ਕੰਸਟੇਟ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਜੀ ਸੱਭਰਵਾਲ ਅਤੇ ਸੈਕਟਰੀ ਸੁਰਿੰਦਰ ਸਿੰਘ ਜੀ ਲੱਕੀ ਇੱਥੇ ਹਾਜ਼ਰ ਨੇ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ ਹੈ। ਪੀਪਲਜ਼ ਵੈਲਫੇਅਰ ਐਸੋਸੀਏਸ਼ਨ ਸੈਕਟਰ 71 71 ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਰਦਾਰ ਕੁਲਜੀਤ ਸਿੰਘ ਦੀ ਬੇਦੀ ਡਿਪਟੀ ਮੇਅਰ ਮਹਾਲੀ, ਸਾਡੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਜੀ, ਉਹਨਾਂ ਦੇ ਵੱਲੋਂ ਵੀ ਸ਼ੋਕ ਸੰਦੇਸ਼ ਆਇਆ ਹੈ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦੇ ਜਥੇ ਦੇ ਵੱਲੋਂ ਸੇਵਕ ਸਿੰਘ ਪਹੁੰਚੇ ਨੇ, ਉਹ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਨੇ। ਆਪਣੇ ਫਾਊਂਡੇਸ਼ਨ ਸੰਸਥਾ ਮਹਾਲੀ, ਉਹ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਨੇ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰਿਵਾਰ ਵੱਲੋਂ ਆਏ ਹੋਏ ਸਾਰੇ ਹੀ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜੋ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਨੂੰ ਵੰਡਾਉਣ ਦੇ ਵਾਸਤੇ ਇੱਥੇ ਪਹੁੰਚੇ ਨੇ। ਪਰਿਵਾਰ ਵੱਲੋਂ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ, ਬੇਨਤੀ ਕੀਤੀ ਜਾਂਦੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਹੈ। ਗੁਰੂ ਕਾ ਲੰਗਰ ਛਕੇ ਤੋਂ ਬਿਨਾਂ ਕਿਸੇ ਨੇ ਨਹੀਂ ਜਾਣਾ ਹੈ। ਅਖੀਰ ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰੂੰਗਾ। ਸੰਸਾਰਕ ਤੌਰ ਤੇ ਸਾਡੇ ਸਾਰਿਆਂ ਦੇ ਮਾਂ-ਬਾਪ ਨੇ, ਉੱਥੇ ਧਾਰਮਿਕ ਤੌਰ ਤੇ ਸਾਡੇ ਸਾਰਿਆਂ ਦੇ ਮਾਂ-ਬਾਪ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ। ਅਸੀਂ ਸਾਰੇ ਹੀ ਉਹਨਾਂ ਦੀ ਗੋਦ ਵਿੱਚ ਜਾ ਸਕਦੇ ਹਾਂ, ਖੰਡੇ ਬਾਟੇ ਦੀ ਮੌਲ ਛਕੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਅਤੇ ਗੁਰੂ ਸਾਹਿਬ ਦੇ ਨਾਲ ਅਸੀਂ ਜੁੜੀਏ। ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰੂੰਗਾ। ਪ੍ਰੋਫੈਸਰ ਪੂਰਨ ਸਿੰਘ ਜੀ ਹੋਣਾ ਨੂੰ ਇੱਕ ਵਾਰੀ ਇੱਕ ਸੰਨਿਆਸੀ ਸਾਧੂ ਨੇ ਪੁੱਛਿਆ, ਕਹਿਣ ਲੱਗੇ ਕਿ ਤੁਹਾਡੇ ਚਿਹਰੇ ਤੇ ਬੜਾ ਤਪ ਹੈ, ਤੁਹਾਡੇ ਚਿਹਰੇ ਤੇ ਬੜਾ ਪ੍ਰਤਾਪ ਹੈ, ਤੁਸੀਂ ਕੋਈ ਜਪ ਕਰਦੇ ਹੋ, ਤਪ ਕਰਦੇ ਹੋ, ਕੋਈ ਬੰਦਗੀ ਕੀਤੀ ਹੈ? ਤੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਨਾ ਮੈਂ ਕੋਈ ਜਪ ਕੀਤਾ ਹੈ, ਨਾ ਮੈਂ ਕੋਈ ਤਪ ਕੀਤਾ ਹੈ, ਨਾ ਮੈਂ ਕੋਈ ਬੰਦਗੀ ਕਰ ਸਕਿਆ, ਪਰ ਜਿਵੇਂ ਇੱਕ ਬਾਦਸ਼ਾਹ ਦਾ ਜਿਹੜਾ ਪੁੱਤ ਹੁੰਦਾ ਹੈ ਉਹ ਜਨਮ ਤੋਂ ਹੀ ਰਾਜਕੁਮਾਰ ਹੁੰਦਾ ਹੈ। ਮੇਰੇ ਬਾਪੂ ਨੇ ਬੰਦਗੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਮੇਰੀ ਦਾਦੀ ਨੇ ਬੰਦਗੀ ਕੀਤੀ ਮਾਤਾ ਗੁਜਰੀ ਜੀ ਨੇ, ਮੇਰੀ ਮਾਂ ਮਾਤਾ ਸਾਹਿਬ ਕੌਰ ਨੇ। ਉਹਨਾਂ ਦਾ ਪੁੱਤ ਹੋਣ ਦੇ ਨਾਤੇ ਉਹਨਾਂ ਦਾ ਸਾਰਾ ਕੁਝ ਮੈਨੂੰ ਮਿਲ ਗਿਆ, ਪਰ ਮਿਲਦਾ ਕਦੋਂ ਆ? ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਂਦੇ ਹਾਂ। ਮਾਤਾ ਜੀ ਨੂੰ ਇਹ ਹੀ ਸੱਚੀ ਸੁੱਚੀ ਸ਼ਰਧਾਂਜਲੀ ਹੈ। ਉਹ ਗੁਰੂ ਘਰ ਦੇ ਲੜ ਲੱਗੇ ਹੋਏ ਸਨ, ਵਹਿਮਾਂ ਭਰਮਾਂ ਤੋਂ ਦੂਰ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ। ਇਹੀ ਸੱਚੀ ਸੁੱਚੀ ਸ਼ਰਧਾਂਜਲੀ ਹੈ। ਅਸੀਂ ਵੀ ਸਾਰੇ ਜਿਹੜੇ ਸਿੱਖ ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤੇ ਹੋਰ ਪਖੰਡਾਂ ਵਹਿਮਾਂ ਭਰਮਾਂ ਤੋਂ ਬਾਹਰ ਆਈਏ। ਇਹੀ ਮਾਤਾ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ। ਸਾਰੀਆਂ ਹੀ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ। ਆਪ ਜੀ ਦਾ ਆਇਆ ਹੋਇਆ ਕਦਮ ਕਦਮ ਸੱਚੇ ਪਾਤਸ਼ਾਹ ਲਿਖੇ ਲਾਉਣ। ਮੈਂ ਬੇਨਤੀ ਕਰੂੰਗਾ ਕਿ ਪਰਿਵਾਰਕ ਮੈਂਬਰ
ਗੁਰੂ ਸਾਹਿਬ ਜੀ ਦੀ ਜਿਹੜੀ ਦਾਤ ਹੈ ਸਿਰੋਂ ਪਾਓ ਉਸ ਨੂੰ ਪ੍ਰਾਪਤ ਕਰਨਾ। ਬੋਲੇ